ਡੀਅਰ ਸਟੂਡੈਂਟਸ, ਇਸ ਕੁਐਸਚਨ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ USA ਦੇ ਰਾਸ਼ਟਰਪਤੀ ਦੀ ਚੋਣ ਵਿਧੀ ਦੇ ਵਿੱਚ ਕਿਹੜੀਆਂ-ਕਿਹੜੀਆਂ ਕਮੀਆਂ ਹਨ। ਕੀ ਇਹ ਚੋਣ ਵਿਧੀ ਉਸੇ ਤਰ੍ਹਾਂ ਹੀ ਕਾਰਜ ਕਰ ਰਹੀ ਹੈ ਜਿਸ ਤਰ੍ਹਾਂ ਇਸ ਵਿਧੀ ਨੂੰ ਅਡਾਪਟ ਕਰਨ ਵਾਲੇ ਸੰਵਿਧਾਨ ਦੇ ਨਿਰਮਾਤਾਵਾਂ ਨੇ ਸੋਚਿਆ ਸੀ, ਜਾਂ ਇਹ ਵਿਧੀ ਆਪਣੇ ਰਸਤੇ ਤੋਂ ਕੁਝ ਭਟਕ ਗਈ ਹੈ। ਇਸ ਕੁਐਸਚਨ ਦੇ ਵਿੱਚ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਧੀ ਦਾ ਆਲੋਚਨਾਤਮਕ ਮੁਲਾਂਕਣ ਕਰਾਂਗੇ। ਇਸ ਚੋਣ ਵਿਧੀ ਦੀ ਪਹਿਲੀ ਕਮੀ ਹੈ ਕਿ ਇਹ ਡਾਇਰੈਕਟ ਮੈਥਡ ਦੇ ਵਿੱਚ ਬਦਲ ਗਈ ਹੈ, ਪ੍ਰਤੱਖ ਚੋਣ ਵਿਧੀ ਬਣ ਗਈ ਹੈ। ਸੰਵਿਧਾਨ ਨਿਰਮਾਤਾਵਾਂ ਦਾ ਵਿਚਾਰ ਸੀ ਕਿ ਇੰਨਾ ਵੱਡਾ ਦੇਸ਼ ਹੈ, ਇਸ ਲਈ ਇਨਡਾਇਰੈਕਟ ਵਿਧੀ ਅਪਣਾਉਣੀ ਚਾਹੀਦੀ ਹੈ, ਕਿਉਂਕਿ ਇੰਨੇ ਵੱਡੇ ਦੇਸ਼ ਦੇ ਵਿੱਚ ਸਾਰੇ ਲੋਕਾਂ ਤੱਕ ਉਹੀ ਵਿਅਕਤੀ ਪਹੁੰਚ ਕਰ ਸਕਦਾ ਸੀ ਜਿਹੜਾ ਵਿਅਕਤੀ ਪ੍ਰਚਾਰ ਤੇ ਪੈਸਾ ਲਾ ਸਕਦਾ ਹੋਵੇ। ਇਸ ਤਰ੍ਹਾਂ ਮਸ਼ਹੂਰ ਲੋਕਾਂ ਦੇ ਅਤੇ ਪੈਸੇ ਵਾਲੇ ਲੋਕਾਂ ਦੇ ਚੁਣੇ ਜਾਣ ਦੇ ਚਾਂਸ ਬਣ ਜਾਣੇ ਸੀ। ਇਸ ਕਰਕੇ ਉਹਨਾਂ ਨੇ ਇਨਡਾਇਰੈਕਟ ਮੈਥਡ ਅਪਣਾਇਆ ਸੀ। ਪਰੰਤੂ ਹੁਣ ਇਹ ਜਿਹੜਾ ਇਨਡਾਇਰੈਕਟ ਮੈਥਡ ਹੈ ਪੂਰੀ ਤਰ੍ਹਾਂ ਨਾਲ ਡਾਇਰੈਕਟ ਮੈਥਡ ਦੇ ਵਿੱਚ ਬਦਲ ਗਿਆ ਹੈ। ਰਾਜਨੀਤਿਕ ਦਲਾਂ ਦੇ ਆਧਾਰ ਤੇ ਚੋਣ ਹੁੰਦੀ ਹੈ। ਰਾਜਨੀਤਿਕ ਦਲ ਆਫੀਸ਼ੀਅਲ ਤੌਰ ਤੇ ਡਿਕਲੇਅਰ ਕਰਦੇ ਹਨ ਕਿ ਸਾਡੇ ਵੱਲੋਂ ਰਾਸ਼ਟਰਪਤੀ ਦੀ ਪਦਵੀ ਲਈ ਕੌਣ ਕੈਂਡੀਡੇਟ ਹੈ, ਅਤੇ ਉਸ ਕੈਂਡੀਡੇਟ ਦੇ ਨਾਂ ਤੇ ਹੀ ਇਲੈਕਸ਼ਨ ਲੜੀਆਂ ਜਾਂਦੀਆਂ ਹਨ। ਇੱਥੇ ਅਸੀਂ ਸਾਈਡ ਤੇ ਦੇਖ ਰਹੇ ਹਾਂ ਕੁਝ ਰਾਸ਼ਟਰਪਤੀ ਦੇ ਅਹੁਦੇ ਦੇ ਜਿਹੜੇ ਉਮੀਦਵਾਰ ਹੁੰਦੇ ਹਨ, ਕੈਂਡੀਡੇਟਸ ਹੁੰਦੇ ਹਨ, ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਕੁਝ ਪੋਸਟਰ ਅਸੀਂ ਇੱਥੇ ਐਡ ਕੀਤੇ ਹਨ, ਜਿਨ੍ਹਾਂ ਤੋਂ ਦੇਖ ਕੇ ਲੱਗਦਾ ਹੈ ਕਿ ਜੋ ਇਲੈਕਸ਼ਨ ਹਨ ਉਹ ਪ੍ਰੋਗਰਾਮ ਦੇ ਆਧਾਰ ਤੇ ਘੱਟ ਲੜੀਆਂ ਜਾਂਦੀਆਂ ਹਨ, ਉਹ ਕੈਂਡੀਡੇਟ ਦੇ ਆਧਾਰ ਤੇ ਜ਼ਿਆਦਾ ਲੜੀਆਂ ਜਾਂਦੀਆਂ ਹਨ। ਇਸ ਤਰ੍ਹਾਂ ਜਿਹੜੀਆਂ ਬੁਰਾਈਆਂ ਤੋਂ ਬਚਣ ਲਈ ਸੰਵਿਧਾਨ ਦੇ ਫਰੇਮਰਸ ਨੇ ਇਨਡਾਇਰੈਕਟ ਮੈਥਡ ਅਪਣਾਇਆ ਸੀ, ਉਹ ਸਾਰੀਆਂ ਬੁਰਾਈਆਂ ਇਸ ਮੈਥਡ ਦੇ ਵਿੱਚ ਆ ਚੁੱਕੀਆਂ ਹਨ। ਅਤੇ ਦੂਸਰੀ ਇਸ ਮੈਥਡ ਦੀ ਕਮੀ ਹੈ ਕਿ ਜਿਹੜੇ ਚੋਣਕਾਰ ਇਲੈਕਟੋਰਲ ਕਾਲਜ ਦੇ 538 ਮੈਂਬਰ ਚੁਣੇ ਜਾਂਦੇ ਹਨ, ਪੂਰੇ ਦੇਸ਼ ਦੇ ਨਾਗਰਿਕ ਜਿਨ੍ਹਾਂ ਨੂੰ ਚੁਣਦੇ ਹਨ, ਉਹਨਾਂ ਦੀ ਕੋਈ ਭੂਮਿਕਾ ਨਹੀਂ ਰਹੀ। ਉਹ ਸਿਰਫ ਨਾਮ ਦੇ ਚੋਣਕਾਰ ਹੁੰਦੇ ਹਨ। ਕਈ ਰਾਜਾਂ ਦੇ ਵਿੱਚ ਤਾਂ ਜਿਹੜਾ ਰਾਸ਼ਟਰਪਤੀ ਦੀ ਚੋਣ ਲਈ ਇੱਕ ਬੈਲਟ ਪੇਪਰ ਬਣਦਾ ਹੈ, ਉਸ ਬੈਲਟ ਪੇਪਰ ਤੇ ਚੋਣਕਾਰਾਂ ਦੇ ਨਾਮ ਵੀ ਨਹੀਂ ਹੁੰਦੇ। ਰਾਸ਼ਟਰਪਤੀ ਦੀ ਪਦਵੀ ਲਈ ਜਿਹੜੇ ਵਿਅਕਤੀ ਚੋਣ ਲੜ ਰਹੇ ਹਨ ਸਿੱਧੇ ਤੌਰ ਤੇ, ਅਤੇ ਉਪ ਰਾਸ਼ਟਰਪਤੀ ਲਈ ਉਹਨਾਂ ਦੇ ਨਾਮ ਹੁੰਦੇ ਹਨ ਅਤੇ ਪਾਰਟੀ ਦਾ ਨਾਮ ਹੁੰਦਾ ਹੈ। ਇਸ ਤਰ੍ਹਾਂ ਜਿਹੜੇ ਚੋਣਕਾਰ ਨੇ ਉਹ ਸਿਰਫ ਆਫੀਸ਼ੀਅਲ ਤੌਰ ਤੇ ਕਾਗਜ਼ਾਂ ਦੇ ਵਿੱਚ ਰਹਿ ਜਾਂਦੇ ਹਨ। ਚੋਣਕਾਰ ਦਸੰਬਰ ਮਹੀਨੇ ਦੇ ਦੂਸਰੇ ਬੁੱਧਵਾਰ ਤੋਂ ਬਾਅਦ ਆਉਣ ਵਾਲੇ ਸੋਮਵਾਰ ਨੂੰ ਰਾਸ਼ਟਰਪਤੀ ਦੀ ਚੋਣ ਲਈ ਮਤਦਾਨ ਕਰਦੇ ਹਨ ਸੰਵਿਧਾਨ ਅਨੁਸਾਰ, ਪਰ ਅਸਲ ਦੇ ਵਿੱਚ ਜਿਹੜਾ ਨਵੰਬਰ ਮਹੀਨੇ ਦੇ ਵਿੱਚ ਆਮ ਲੋਕ ਵੋਟਾਂ ਪਾਉਂਦੇ ਹਨ ਚੋਣਕਾਰਾਂ ਨੂੰ, ਉਹਦਾ ਜੋ ਰਿਜ਼ਲਟ ਆਉਂਦਾ ਹੈ ਉਸੇ ਤੋਂ ਕਲੀਅਰ ਹੋ ਜਾਂਦਾ ਹੈ ਕਿ ਕੌਣ ਵਿਅਕਤੀ ਰਾਸ਼ਟਰਪਤੀ ਚੁਣਿਆ ਜਾ ਰਿਹਾ ਹੈ। ਬਹੁਤੀ ਪ੍ਰੈਸ ਦੇ ਵਿੱਚ ਇਹੀ ਦੱਸਿਆ ਜਾਂਦਾ ਹੈ ਕਿ ਕਿਸ ਰਾਸ਼ਟਰਪਤੀ ਨੂੰ ਕਿੰਨੀਆਂ ਸੀਟਾਂ ਮਿਲੀਆਂ ਹਨ ਜਾਂ ਕਿਸ ਕੈਂਡੀਡੇਟ ਨੂੰ ਕਿੰਨੀਆਂ ਆਮ ਲੋਕਾਂ ਦੀਆਂ ਵੋਟਾਂ ਮਿਲੀਆਂ ਹਨ। ਚੋਣਕਾਰਾਂ ਦਾ ਕਿਤੇ ਨਾਮ ਨਹੀਂ ਹੁੰਦਾ। ਅਤੇ ਇਹਨਾਂ ਚੋਣਕਾਰਾਂ ਦੀ ਜਾਂ ਇਲੈਕਟੋਰਲ ਕਾਲਜ ਦੇ ਮੈਂਬਰਾਂ ਲਈ ਦੀ ਚੋਣ ਲਈ ਰਾਜਾਂ ਨੇ ਜਿਹੜੀ ਵਿਧੀ ਅਪਣਾਈ ਹੈ, ਕਿਉਂਕਿ ਰਾਜਾਂ ਕੋਲ ਇਹ ਅਥਾਰਟੀ ਹੈ, ਰਾਜ ਡਿਸਾਈਡ ਕਰ ਸਕਦੇ ਹਨ ਕਿ ਜਿੰਨੇ ਚੋਣਕਾਰ ਸਾਨੂੰ ਅਲਾਟ ਹੋਏ ਹਨ ਅਸੀਂ ਉਹਨਾਂ ਨੂੰ ਕਿਵੇਂ ਭੇਜਣਾ ਹੈ, ਕਿਵੇਂ ਚੋਣ ਕਰਨੀ ਹੈ। ਅਤੇ ਰਾਜਾਂ ਨੇ ਜਿਹੜੀ ਵਿਧੀ ਅਪਣਾਈ ਹੈ ਉਸ ਨੂੰ ਡੈਮੋਕ੍ਰੈਟਿਕ ਨਹੀਂ ਮੰਨਿਆ ਜਾ ਸਕਦਾ, ਉਸ ਨੂੰ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਰਾਜਾਂ ਨੇ ਆਪਣੀ ਇਸ ਅਥਾਰਟੀ ਦੀ ਦੁਰਵਰਤੋਂ ਕੀਤੀ ਹੈ, ਕਿਉਂਕਿ ਹਰੇਕ ਰਾਜ ਚਾਹੁੰਦਾ ਹੈ ਕਿ ਰਾਸ਼ਟਰਪਤੀ ਦੀ ਇਲੈਕਸ਼ਨ ਦੇ ਵਿੱਚ ਸਾਡੀ ਵੱਧ ਤੋਂ ਵੱਧ ਵੈਲਿਊ ਹੋਵੇ। ਉਹ ਵੱਧ ਤੋਂ ਵੱਧ ਵੈਲਿਊ ਤਾਂ ਮੇਨਟੇਨ ਰੱਖੀ ਜਾ ਸਕਦੀ ਹੈ ਜੇ ਸਾਰੀਆਂ ਵੋਟਾਂ ਇੱਕ ਥਾਂ ਤੇ ਪੈਣ। ਇਸ ਲਈ 50 ਚੋਂ 48 ਰਾਜਾਂ ਨੇ ਜਨਰਲ ਟਿਕਟ ਦੀ ਵਿਧੀ ਅਪਣਾਈ ਹੋਈ ਹੈ। ਇਸ ਅਨੁਸਾਰ ਇੱਕ ਰਾਜ ਦੇ ਵਿੱਚੋਂ ਜਿੰਨੇ ਮੈਂਬਰ ਚੁਣੇ ਜਾਂਦੇ ਹਨ ਇਲੈਕਟੋਰਲ ਕਾਲਜ ਦੇ, ਉਹ ਸਾਰੇ ਦੇ ਸਾਰੇ ਇੱਕ ਪਾਰਟੀ 'ਚੋਂ ਚੁਣੇ ਜਾਂਦੇ ਹਨ। ਹਰ ਪਾਰਟੀ ਉਨੇ ਹੀ ਕੈਂਡੀਡੇਟ ਆਪਣੇ ਖੜੇ ਕਰਦੀ ਹੈ, ਪਰ ਉਹ ਸਮੂਹਿਕ ਤੌਰ ਤੇ ਕੈਂਡੀਡੇਟ ਖੜੇ ਹੁੰਦੇ ਹਨ। ਆਮ ਲੋਕਾਂ ਨੇ ਜਿਹੜੀ ਵੋਟ ਪਾਉਣੀ ਹੁੰਦੀ ਹੈ ਉਹ ਕਿਸੇ ਇੱਕ ਇਲੈਕਟਰ ਨੂੰ ਨਹੀਂ ਪਾਉਣੀ ਹੁੰਦੀ, ਇਲੈਕਟਰਾਂ ਦੀ ਸੂਚੀ ਨੂੰ ਪਾਉਣੀ ਹੁੰਦੀ ਹੈ, ਚਾਹੇ ਉਹ ਰਿਪਬਲਿਕਨ ਪਾਰਟੀ ਦੀ ਸੂਚੀ ਨੂੰ ਪਾ ਦੇਵੇ, ਚਾਹੇ ਡੈਮੋਕ੍ਰੈਟਿਕ ਪਾਰਟੀ ਦੀ ਸੂਚੀ ਨੂੰ ਪਾ ਦੇਵੇ, ਚਾਹੇ ਕਿਸੇ ਥਰਡ ਪਾਰਟੀ ਦੀ ਸੂਚੀ ਨੂੰ ਪਾ ਦੇਵੇ। ਅਤੇ ਜਿਹੜੀ ਸੂਚੀ ਨੂੰ ਕਿਸੇ ਰਾਜ ਦੇ ਵਿੱਚ ਇੱਕ ਵੀ ਵੋਟ ਜ਼ਿਆਦਾ ਮਿਲ ਜੇ, ਉਸ ਰਾਜ ਦੇ ਵਿੱਚੋਂ ਸਾਰੇ ਦੇ ਸਾਰੇ ਇਲੈਕਟਰਸ ਉਸੇ ਪਾਰਟੀ ਦੇ ਜਿੱਤੇ ਮੰਨੇ ਜਾਂਦੇ ਹਨ, ਦੂਸਰੀ ਪਾਰਟੀ ਜ਼ੀਰੋ ਬਣ ਜਾਂਦੀ ਹੈ। ਜਿਵੇਂ 2020 ਦੀ ਜਿਹੜੀ ਰਾਸ਼ਟਰਪਤੀ ਦੀ ਚੋਣ ਹੈ, ਇੱਥੇ ਅਸੀਂ ਅਲਬਾਮਾ ਸਟੇਟ ਦੀ ਐਗਜ਼ਾਮਪਲ ਲਈ ਹੈ। ਅਲਬਾਮਾ ਸਟੇਟ ਦੇ ਵਿੱਚੋਂ ਡੋਨਲਡ ਟਰੰਪ ਦੇ ਫੇਵਰ ਦੇ ਵਿੱਚ 14,41,170 ਵੋਟਾਂ ਪਈਆਂ ਸੀ, ਅਤੇ ਬਾਈਡਨ ਦੇ ਹੱਕ ਦੇ ਵਿੱਚ 8 ਲੱਖ ਤਕਰੀਬਨ 8.5 ਲੱਖ ਵੋਟਾਂ ਪਈਆਂ ਸੀ। ਪਰੰਤੂ ਜਿਹੜੇ ਚੋਣ ਮੰਡਲ ਦੇ ਮੈਂਬਰ ਨੇ ਉਹ 9 ਦੇ 9 ਉਹ ਜਿੱਤੇ ਜਿਨ੍ਹਾਂ ਨੇ ਟਰੰਪ ਨੂੰ ਆਪਣੀ ਵੋਟ ਦੇਣੀ ਸੀ। ਬਾਈਡਨ ਦਾ ਇੱਕ ਵੀ ਚੋਣਕਾਰ ਇਸ ਸਟੇਟ ਦੇ ਵਿੱਚੋਂ ਨਹੀਂ ਜਿੱਤਿਆ। ਇਸ ਤਰ੍ਹਾਂ ਦੀ ਪੋਜੀਸ਼ਨ ਸਾਰੀਆਂ ਹੀ ਸਟੇਟਾਂ ਦੇ ਵਿੱਚ ਹੁੰਦੀ ਹੈ। ਅਤੇ ਇੱਕ ਇਸ ਵਿਧੀ ਦਾ ਨੁਕਸਾਨ ਇਹ ਹੈ ਕਿ ਕਈ ਵਾਰੀ ਜਨਤਾ
ਜਿਸ ਨੂੰ ਹਰਾਉਂਦੀ ਹੈ, ਸਿਸਟਮ ਉਸ ਨੂੰ ਜਿਤਾ ਦਿੰਦਾ ਹੈ। ਕਈ ਵਾਰੀ ਕਿਸੇ ਕੈਂਡੀਡੇਟ ਨੂੰ ਵੋਟਾਂ ਘੱਟ ਪਈਆਂ ਹੁੰਦੀਆਂ ਹਨ, ਪਰੰਤੂ ਉਹ ਆਪਣੇ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਕਰਨ ਵਾਲੇ ਕੈਂਡੀਡੇਟ ਨੂੰ ਹਰਾ ਕੇ ਰਾਸ਼ਟਰਪਤੀ ਬਣ ਜਾਂਦਾ ਹੈ। ਇਸ ਦੀ ਜਿਹੜੀ ਲੇਟੈਸਟ ਐਗਜ਼ਾਮਪਲ ਹੈ 2016 ਦੀ ਇਲੈਕਸ਼ਨ ਹੈ, ਜਿੱਥੇ ਡੈਮੋਕ੍ਰੈਟਿਕ ਪਾਰਟੀ ਦੇ ਹਿਲੇਰੀ ਕਲਿੰਟਨ ਨੇ ਇਲੈਕਸ਼ਨ ਲੜੀ ਸੀ ਤੇ ਰਿਪਬਲਿਕਨ ਪਾਰਟੀ ਦੇ ਡੋਨਲਡ ਟਰੰਪ ਨੇ। ਹਿਲੇਰੀ ਨੂੰ 6 ਕਰੋੜ 58 ਲੱਖ 53,500 ਵੋਟਾਂ ਪਈਆਂ, 16 ਵੋਟਾਂ ਪਈਆਂ, ਤੇ ਡੋਨਲਡ ਟਰੰਪ ਨੂੰ 6 ਕਰੋੜ 29 ਲੱਖ 84,825 ਵੋਟਾਂ ਪਈਆਂ। ਇਸ ਤਰ੍ਹਾਂ ਡੋਨਲਡ ਟਰੰਪ ਨੂੰ ਥੋੜ੍ਹੀਆਂ ਵੋਟਾਂ ਪਈਆਂ, ਹਿਲੇਰੀ ਕਲਿੰਟਨ ਨੂੰ ਵੱਧ ਵੋਟਾਂ ਪਈਆਂ। ਇਹਨਾਂ ਵੋਟਾਂ ਦਾ ਫਰਕ ਕਾਫੀ ਜ਼ਿਆਦਾ ਸੀ, 28.5 ਲੱਖ ਤੋਂ ਜ਼ਿਆਦਾ ਵੋਟਾਂ ਦਾ ਫਰਕ ਸੀ। ਪਰੰਤੂ ਜੋ ਰਿਜ਼ਲਟ ਆਇਆ ਉਹ ਬੜਾ ਉਲਟਫੇਰ ਕਰਨ ਵਾਲਾ ਸੀ। ਕੁੱਲ ਮਿਲਾ ਕੇ ਹਿਲੇਰੀ ਕਲਿੰਟਨ ਨੂੰ ਡੋਨਲਡ ਟਰੰਪ ਨੂੰ 46.1% ਵੋਟਾਂ ਪਈਆਂ ਤੇ ਹਿਲੇਰੀ ਕਲਿੰਟਨ ਨੂੰ 48.2% ਵੋਟਾਂ ਪਈਆਂ। ਬਾਕੀ ਹੋਰ ਪਾਰਟੀਆਂ ਨੂੰ 5.5% ਵੋਟਾਂ ਪਈਆਂ। ਪਰੰਤੂ ਜਦੋਂ ਰਿਜ਼ਲਟ ਆਇਆ ਤਾਂ ਹੋਰ ਕਿਸੇ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ। ਹਿਲੇਰੀ ਕਲਿੰਟਨ, ਜਿਸ ਨੂੰ 2% ਵੋਟਾਂ ਜ਼ਿਆਦਾ ਪਈਆਂ ਸੀ ਡੋਨਲਡ ਟਰੰਪ ਤੋਂ, ਉਸ ਨੂੰ 13% ਘੱਟ ਸੀਟਾਂ ਮਿਲੀਆਂ। ਉਸ ਨੂੰ 43% ਸੀਟਾਂ ਮਿਲੀਆਂ, 232 ਸੀਟਾਂ ਮਿਲੀਆਂ ਇਲੈਕਟੋਰਲ ਕਾਲਜ ਦੀਆਂ, ਤੇ ਡੋਨਲਡ ਟਰੰਪ ਨੂੰ 306 ਸੀਟਾਂ ਮਿਲ ਗਈਆਂ, ਜਿਹੜੀਆਂ ਕਿ ਤਕਰੀਬਨ 57% ਬਣ ਗਈਆਂ ਨੇ। ਇਸ ਤਰ੍ਹਾਂ ਵੋਟਾਂ ਹਿਲੇਰੀ ਕਲਿੰਟਨ ਨੂੰ ਜ਼ਿਆਦਾ ਪਈਆਂ, ਪਰੰਤੂ ਸੀਟਾਂ ਡੋਨਲਡ ਟਰੰਪ ਨੂੰ ਜ਼ਿਆਦਾ ਮਿਲੀਆਂ। ਤੇ ਪੰਜਵੀਂ ਕਮੀ ਹੈ ਇਸ ਸਿਸਟਮ ਦੀ, ਇਨਡਾਇਰੈਕਟ ਮੈਥਡ ਹੋਣ ਕਰਕੇ ਵੋਟਰਾਂ ਦੇ ਵਿੱਚ ਘੱਟ ਰੁਚੀ ਹੈ। ਆਮ ਕਰਕੇ 50-55% ਲੋਕ ਨੇ ਜਿਹੜੇ ਆਪਣੇ ਵੋਟਿੰਗ ਰਾਈਟ ਦਾ ਇਸਤੇਮਾਲ ਕਰਦੇ ਹਨ। ਹਾਲਾਂਕਿ ਅਮਰੀਕਾ ਬਹੁਤ ਇੱਕ ਪੜ੍ਹੇ ਲਿਖੇ ਲੋਕਾਂ ਦਾ, ਜ਼ਿੰਮੇਵਾਰ ਲੋਕਾਂ ਦਾ ਰਾਜ ਮੰਨਿਆ ਜਾਂਦਾ ਹੈ। ਇਸ ਲਈ ਰਾਸ਼ਟਰਪਤੀ ਚੁਣਿਆ ਗਿਆ ਹੋਣ ਦੇ ਬਾਵਜੂਦ ਵੀ ਜੇ ਉਸ ਨੂੰ ਪਈਆਂ ਕੁੱਲ ਵੋਟਾਂ ਦੇਖੀਆਂ ਜਾਣ ਤਾਂ ਉਹ 35-40% ਤੋਂ ਜ਼ਿਆਦਾ ਨਹੀਂ ਹੁੰਦੀਆਂ। ਅਮਰੀਕਨ ਵੋਟਰਾਂ ਦੀ ਇਸ ਉਦਾਸੀਨਤਾ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ ਇਨਡਾਇਰੈਕਟ ਇਲੈਕਸ਼ਨ। ਇਸ ਲਈ ਜੇਕਰ ਡਾਇਰੈਕਟ ਮੈਥਡ ਅਪਣਾਇਆ ਜਾਵੇ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਜਿਹੜੇ ਕੈਂਡੀਡੇਟ ਹਨ ਡਾਇਰੈਕਟ ਤੌਰ 'ਤੇ ਉਹਨਾਂ ਨੂੰ ਵੋਟ ਪਾਈ ਜਾਵੇ, ਤਾਂ ਹੋ ਸਕਦਾ ਹੈ ਕਿ ਵੋਟਰਾਂ ਦੇ ਵਿੱਚ ਉਤਸ਼ਾਹ ਦੇ ਵਿੱਚ ਵਾਧਾ ਹੋਵੇ ਤੇ ਜ਼ਿਆਦਾ ਵੋਟਿੰਗ ਪਰਸੈਂਟੇਜ ਹੋਵੇ। ਵੈਸੇ ਜਿਹੜੀ ਲੇਟੈਸਟ ਇਲੈਕਸ਼ਨ ਹੋਈ ਆ 2020 ਦੇ ਵਿੱਚ, ਇਸ ਦੇ ਵਿੱਚ ਇੱਕ ਸਕਾਰਾਤਮਕ ਝੁਕਾਅ ਵੇਖਣ ਨੂੰ ਮਿਲਿਆ ਹੈ ਕਿ ਵੋਟਿੰਗ ਪ੍ਰਤੀਸ਼ਤਤਾ ਜਿਹੜੀ ਉਹ ਤਕਰੀਬਨ 67% ਤੱਕ ਪਹੁੰਚੀ ਹੈ। ਅਗਲੀ ਕਮੀ ਹੈ ਇਸ ਸਿਸਟਮ ਦੀ ਕਿ ਇੱਕ ਨਾਮਜ਼ਦ ਉਪ ਰਾਸ਼ਟਰਪਤੀ ਹੈ ਜਿਹੜਾ ਉਹ ਵੀ ਰਾਸ਼ਟਰਪਤੀ ਬਣ ਸਕਦਾ ਹੈ। ਸੰਵਿਧਾਨ ਨੇ 25ਵੀਂ ਸੋਧ ਨਾਲ ਵਿਵਸਥਾ ਕੀਤੀ ਹੈ ਕਿ ਜਦੋਂ ਰਾਸ਼ਟਰਪਤੀ ਦਾ ਅਹੁਦਾ ਅਚਾਨਕ ਖਾਲੀ ਹੋ ਜੇ ਤਾਂ ਵਾਈਸ ਪ੍ਰੈਜ਼ੀਡੈਂਟ ਉਸ ਅਹੁਦੇ ਨੂੰ ਸੰਭਾਲ ਲੈਂਦਾ ਹੈ। ਵੈਸੇ ਤਾਂ ਵਾਈਸ ਪ੍ਰੈਜ਼ੀਡੈਂਟ ਵੀ ਉਸੇ ਇਲੈਕਟੋਰਲ ਕਾਲਜ ਨੇ ਚੁਣਿਆ ਹੁੰਦਾ ਹੈ, ਪਰੰਤੂ ਇਸ ਦੇ ਵਿੱਚ ਅੱਗੇ ਇੱਕ ਹੋਰ ਵਿਵਸਥਾ ਹੈ ਕਿ ਜਦੋਂ ਵਾਈਸ ਪ੍ਰੈਜ਼ੀਡੈਂਟ ਨੇ ਪ੍ਰੈਜ਼ੀਡੈਂਟ ਦਾ ਅਹੁਦਾ ਸੰਭਾਲ ਲਿਆ ਤਾਂ ਆਪਣੀ ਥਾਂ 'ਤੇ ਕਿਸੇ ਹੋਰ ਵਿਅਕਤੀ ਨੂੰ ਉਹ ਵਾਈਸ ਪ੍ਰੈਜ਼ੀਡੈਂਟ ਅਪੁਆਇੰਟ ਕਰ ਦਿੰਦਾ ਹੈ, ਨਾਮਜ਼ਦ ਕਰ ਦਿੰਦਾ ਹੈ। ਜੇ ਫਿਰ ਇਸ ਤਰ੍ਹਾਂ ਦੇ ਹਾਲਾਤ ਹੋ ਜਾਣ, ਫਿਰ ਪ੍ਰੈਜ਼ੀਡੈਂਟ ਦਾ ਅਹੁਦਾ ਖਾਲੀ ਹੋ ਜੇ ਤਾਂ ਜਿਹੜਾ ਉਹ ਨੋਮੀਨੇਟਡ ਵਾਈਸ ਪ੍ਰੈਜ਼ੀਡੈਂਟ ਸੀ ਉਹ ਦੇਸ਼ ਦਾ ਪ੍ਰੈਜ਼ੀਡੈਂਟ ਬਣ ਜਾਵੇਗਾ, ਜਿਸ ਨੂੰ ਕਿ ਡੈਮੋਕ੍ਰੈਟਿਕ ਨਹੀਂ ਕਿਹਾ ਜਾ ਸਕਦਾ। ਬੇਸ਼ੱਕ ਜਿਹੜਾ ਵਾਈਸ ਪ੍ਰੈਜ਼ੀਡੈਂਟ ਅਪੁਆਇੰਟ ਕੀਤਾ ਸੀ, ਚੁਣਿਆ ਨਹੀਂ ਸੀਗਾ, ਅਪੁਆਇੰਟ ਕੀਤਾ ਸੀ, ਉਹ ਉਸ ਦੇ ਨਾਮ ਦੀ ਪੁਸ਼ਟੀ ਕਾਂਗਰਸ ਤੋਂ ਕਰਵਾਉਣੀ ਪੈਂਦੀ ਆ, ਪਰੰਤੂ ਫਿਰ ਵੀ ਉਸ ਨੂੰ ਲੋਕਾਂ ਦਾ ਇਲੈਕਟਡ ਵਾਈਸ ਪ੍ਰੈਜ਼ੀਡੈਂਟ ਨਹੀਂ ਮੰਨਿਆ ਜਾ ਸਕਦਾ। ਉਹ ਉਸ ਨੂੰ ਆਊਟਗੋਇੰਗ ਵਾਈਸ ਪ੍ਰੈਜ਼ੀਡੈਂਟ ਨੇ ਅਪੁਆਇੰਟ ਕੀਤਾ ਸੀ, ਨਾਮਜ਼ਦ ਕੀਤਾ ਸੀ, ਕਾਂਗਰਸ ਨੇ ਪੁਸ਼ਟੀ ਕੀਤੀ ਸੀ, ਪਰੰਤੂ ਆਮ ਲੋਕਾਂ ਦੀ ਉਸ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਸੀ, ਕੋਈ ਯੋਗਦਾਨ ਸੀ। ਇਸ ਤਰ੍ਹਾਂ ਦੇ ਵਿਅਕਤੀ ਦੁਆਰਾ ਦੇਸ਼ ਦੇ ਸਰਵ ਉੱਚ ਅਹੁਦੇ ਨੂੰ ਸੰਭਾਲਣਾ ਇਸ ਨੂੰ ਗਣਤੰਤਰ ਦੇ ਨਿਯਮਾਂ ਦੇ ਅਨੁਸਾਰ ਨਹੀਂ ਮੰਨਿਆ ਜਾ ਸਕਦਾ। ਸੱਤਵੀਂ ਕਮੀ ਹੈ ਕਿ ਇਹ ਵਿਧੀ ਬਹੁਤ ਜ਼ਿਆਦਾ ਖਰਚੀਲੀ ਹੈ। ਇਹ ਬਹੁਤ ਲੰਮੀ ਹੈ, ਬਹੁਤ ਖਰਚੀਲੀ ਹੈ। ਜਨਵਰੀ ਤੋਂ ਸ਼ੁਰੂ ਹੋ ਜਾਂਦਾ ਹੈ ਪ੍ਰੋਸੈਸ, ਅਗਲੇ ਸਾਲ ਜਨਵਰੀ ਦੇ ਵਿੱਚ ਖਤਮ ਹੁੰਦਾ ਹੈ। ਪ੍ਰਾਇਮਰੀ ਇਲੈਕਸ਼ਨ ਤੋਂ ਲੈ ਕੇ ਨਵੰਬਰ ਮਹੀਨੇ ਤੱਕ ਚੋਣਾਂ ਤੇ ਜਿਹੜੇ ਇਲੈਕਟੋਰਲ ਕਾਲਜ ਦੇ ਮੈਂਬਰ ਨੇ ਪੈਸਾ ਪਾਣੀ ਵਾਂਗ ਵਹਾਇਆ ਜਾਂਦਾ ਹੈ। ਜਦੋਂ ਕੋਈ ਵਿਅਕਤੀ ਆਪਣੇ ਦਲ ਦਾ ਥਾਪਿਆ ਹੋਇਆ ਉਮੀਦਵਾਰ ਬਣ ਜਾਂਦਾ ਹੈ, ਟਿਕਟ ਮਿਲ ਜਾਂਦੀ ਹੈ, ਉਦੋਂ ਤੋਂ ਉਸ ਇਲੈਕਸ਼ਨ ਤੇ ਪਾਰਟੀ ਵੱਲੋਂ ਵੀ ਖਰਚਾ ਕੀਤਾ ਜਾਂਦਾ ਹੈ। ਪਰੰਤੂ ਜਦੋਂ ਉਮੀਦਵਾਰੀ ਪ੍ਰਾਪਤ ਕਰਨੀ ਆ, ਪਾਰਟੀ ਤੋਂ ਟਿਕਟ ਪ੍ਰਾਪਤ ਕਰਨੀ ਆ, ਤਾਂ ਉਹ ਸਾਰਾ ਖਰਚਾ ਵਿਅਕਤੀ ਨੂੰ ਆਪਣੇ ਤੌਰ ਤੇ ਕਰਨਾ ਪੈਂਦਾ ਹੈ। ਇਸ ਲਈ ਜਿਹੜਾ ਆਮ ਕੋਈ ਨਾਗਰਿਕ ਹੈ ਉਹ ਸੁਪਨਾ ਵੀ ਨਹੀਂ ਦੇਖ ਸਕਦਾ ਕਿ ਉਹ ਐਡੀ ਵੱਡੀ ਇਲੈਕਸ਼ਨ ਦੇ ਲਈ ਦਾਅਵੇਦਾਰੀ ਆਪਣੀ ਪੇਸ਼ ਕਰ ਸਕੇ, ਸੋਚ ਵੀ ਸਕੇ। ਇਸ ਦੀ ਸਾਨੂੰ ਇੱਕ ਐਗਜ਼ਾਮਪਲ ਮਿਲਦੀ ਹੈ ਕਿ ਜਿਹੜਾ ਬੰਦੇ ਨੇ ਕਦੇ ਕੋਈ ਇਲੈਕਸ਼ਨ ਨਹੀਂ ਲੜੀ, ਡੋਨਲਡ ਟਰੰਪ, ਉਸ ਨੇ 2016 ਦੇ ਵਿੱਚ ਪਹਿਲਾਂ ਆਪਣੀ ਪਾਰਟੀ ਤੋਂ ਉਮੀਦਵਾਰੀ ਹਾਸਲ ਕੀਤੀ, ਟਿਕਟ ਹਾਸਲ ਕੀਤੀ ਤੇ ਫਿਰ ਦੇਸ਼ ਦੇ ਰਾਸ਼ਟਰਪਤੀ ਵੀ ਬਣੇ। ਤੇ ਉਹਨਾਂ ਦੇ ਵਿੱਚ ਖਾਸੀਅਤ ਕੀ ਸੀ? ਉਹ ਸਿਰਫ ਇੱਕੋ ਖਾਸੀਅਤ ਸੀ ਕਿ ਬਹੁਤ ਵੱਡੇ ਉਹ ਬਿਜ਼ਨਸ ਇੰਪਾਇਰ ਦੇ ਮਾਲਕ ਸੀ, ਬਹੁਤ ਵੱਡੇ ਰਈਸ ਬੰਦੇ ਸੀ,
ਇਸ ਸਿਰਫ ਇਸੇ ਗੁਣ ਕਰਕੇ ਉਹਨਾਂ ਨੇ ਸਿੱਧੇ ਤੌਰ ਤੇ ਰਾਸ਼ਟਰਪਤੀ ਦੀ ਇਲੈਕਸ਼ਨ ਲੜੀ ਤੇ ਇਲੈਕਸ਼ਨ ਜਿੱਤੀ ਵੀ। ਇੱਕ ਇੰਟਰਨੈਸ਼ਨਲ ਲੈਵਲ ਦੀ ਨਿਊਜ਼ ਏਜੰਸੀ ਆ ਰਾਈਟਰਸ, ਇਹਨੇ ਕਿਹਾ ਕਿ ਦੱਸਿਆ ਕਿ 2016 ਦੀ ਜਿਹੜੀ ਰਾਸ਼ਟਰਪਤੀ ਦੀ ਚੋਣ ਸੀ ਉਹਦੇ ਵਿੱਚ ਟਰੰਪ ਨੇ 66 ਮਿਲੀਅਨ ਡਾਲਰ ਆਪਣੀ ਜੇਬ ਚੋਂ ਖਰਚੇ ਸੀ, ਜਿਹੜੇ ਕਿ ਬਾਕੀ ਲੋਕਾਂ ਦੁਆਰਾ ਦਿੱਤੇ ਗਏ ਇਲੈਕਸ਼ਨ ਯੋਗਦਾਨ ਤੋਂ, ਪਾਰਟੀ ਦੁਆਰਾ ਕੀਤੇ ਗਏ ਖਰਚੇ ਤੋਂ ਬਿਨਾਂ ਸੀ। 2016 ਦੀ ਜਿਹੜੀ ਚੋਣ ਹੈ, ਇਹ ਚੋਣ ਕਿਉਂਕਿ ਇਕੱਠੀ ਹੁੰਦੀ ਹੈ ਰਾਸ਼ਟਰਪਤੀ ਅਤੇ ਕਾਂਗਰਸ ਦੋਵਾਂ ਦੀ ਇਕੱਠੀ ਹੁੰਦੀ ਹੈ। ਇੱਥੇ 2016 ਦੀ ਇਲੈਕਸ਼ਨ ਦੇ ਵਿੱਚ ਅੰਦਾਜ਼ਨ ਖਰਚਾ ਸੀ ਜਿਹੜਾ ਉਹ 6.8 ਬਿਲੀਅਨ ਯੂਐਸ ਡਾਲਰ ਸੀ, ਤੇ 2020 ਦੀ ਇਲੈਕਸ਼ਨ ਦੇ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਕਰੋਨਾ ਕਰਕੇ ਕੁਝ ਮੰਦੀ ਦਾ ਅਸਰ ਹੈ ਤੇ 10 ਬਿਲੀਅਨ ਡਾਲਰ ਦੇ ਲਗਭਗ ਖਰਚਾ ਹੋਵੇਗਾ, ਪਰੰਤੂ ਜਦੋਂ ਇਹ ਖਰਚਾ ਕੈਲਕੂਲੇਟ ਕੀਤਾ ਗਿਆ ਤਾਂ ਇਹ 14 ਬਿਲੀਅਨ ਯੂਐਸ ਡਾਲਰ ਸੀ। ਇਹ ਬਹੁਤ ਹੀ ਮਹੱਤਵਪੂਰਨ ਮੀਡੀਆ ਅਦਾਰੇ BBC ਨੇ ਆਪਣੀ ਰਿਪੋਰਟਿੰਗ ਦੇ ਵਿੱਚ ਕਿਹਾ ਸੀ। ਸੋ ਵਰਲਡਸ ਮੋਸਟ ਪਾਵਰਫੁਲ ਜੌਬ ਡਜ਼ ਨਾਟ ਕਮ ਚੀਪ, ਕਿ ਦੁਨੀਆ ਦਾ ਜਿਹੜਾ ਇੰਨੀ ਸ਼ਕਤੀਸ਼ਾਲੀ ਅਹੁਦਾ ਉਹ ਇੰਨਾ ਸਸਤਾ ਨਹੀਂ ਮਿਲਦਾ, ਭਾਵੇਂ ਇਸ ਤੇ ਪੈਸਾ ਜਿਹੜਾ ਪਾਣੀ ਵਾਂਗ ਬਹਾਉਣਾ ਪੈਂਦਾ ਹੈ ਇੰਡੀਵਿਜੂਅਲ ਤੌਰ ਤੇ ਵਿਅਕਤੀ ਨੂੰ ਵੀ ਅਤੇ ਪਾਰਟੀ ਨੂੰ ਵੀ। 8ਵੀਂ ਦੀ ਕਮੀ ਹੈ ਇਸ ਵਿਧੀ ਦੀ ਕਿ ਪ੍ਰਤੀਨਿਧੀ ਸਦਨ ਦੁਆਰਾ ਰਾਸ਼ਟਰਪਤੀ ਚੁਣਨ ਸਮੇਂ ਜਿਹੜੀ ਵਿਧੀ ਅਪਣਾਈ ਜਾਂਦੀ ਹੈ ਉਹ ਲੋਕਤੰਤਰੀ ਨਹੀਂ ਹੈ। ਵੈਸੇ ਤਾਂ ਚੋਣ ਮੰਡਲ ਨੇ ਹੀ ਰਾਸ਼ਟਰਪਤੀ ਦੀ ਚੋਣ ਕਰਨੀ ਹੁੰਦੀ ਹੈ, ਇਲੈਕਟੋਰਲ ਕਾਲਜ ਨੇ, ਪਰੰਤੂ ਜੇ ਕਿਸੇ ਨੂੰ ਵੀ ਮੈਜੋਰਟੀ ਨਾ ਮਿਲੇ ਇਲੈਕਟੋਰਲ ਕਾਲਜ ਦੀ ਤਾਂ ਪਹਿਲੀਆਂ 3 ਪੋਜੀਸ਼ਨਾਂ ਵਾਲੇ ਵਿਅਕਤੀਆਂ ਵਿੱਚੋਂ ਕਿਸੇ ਇੱਕ ਵਿਅਕਤੀ ਨੂੰ ਹਾਊਸ ਆਫ ਰਿਪਰੈਜ਼ੈਂਟੇਟਿਵ ਰਾਸ਼ਟਰਪਤੀ ਚੁਣਦਾ ਹੈ। ਤੇ ਇਸ ਲਈ ਜਿਹੜੀ ਵਿਧੀ ਅਪਣਾਈ ਹੈ ਉਹ ਹੈ 1 ਸਟੇਟ 1 ਵੋਟ। ਹਰ ਰਾਜ ਨੂੰ ਇੱਕ ਵੋਟ ਮਿਲਦੀ ਹੈ, ਪਰੰਤੂ ਪਾਪੂਲੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਇੱਥੋਂ ਦੀ ਇੱਕ ਕੈਲੀਫੋਰਨੀਆ ਸਟੇਟ ਹੈ ਜਿੱਥੋਂ ਦੀ ਆਬਾਦੀ ਤਕਰੀਬਨ 4 ਕਰੋੜ ਹੈ, ਅਤੇ ਇੱਕ ਦੂਜੇ ਪਾਸੇ ਵਿਓਮਿੰਗ ਸਟੇਟ ਹੈ ਜਿਸ ਦੀ ਆਬਾਦੀ 6 ਲੱਖ ਤੋਂ ਵੀ ਘੱਟ ਹੈ। ਪਰੰਤੂ ਜਦੋਂ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਰਾਸ਼ਟਰਪਤੀ ਦੀ ਚੋਣ ਕਰਨੀ ਹੁੰਦੀ ਹੈ ਤਾਂ ਕੈਲੀਫੋਰਨੀਆ ਦੀ ਵੀ ਇੱਕ ਵੋਟ ਹੈ, ਵਿਓਮਿੰਗ ਦੀ ਵੀ ਇੱਕ ਵੋਟ ਹੈ। ਇੰਨਾ ਡਿਫਰੈਂਸ ਹੋਣ ਦੇ ਬਾਵਜੂਦ ਜਦੋਂ ਇੱਕ ਵੋਟ ਦਿੱਤੀ ਗਈ ਹੈ ਦੋਨਾਂ ਹੀ ਸਟੇਟਸ ਨੂੰ, ਤਾਂ ਇਸ ਨੂੰ ਡੈਮੋਕ੍ਰੇਟਿਕ ਨਹੀਂ ਮੰਨਿਆ ਜਾ ਸਕਦਾ ਤੇ ਨਾ ਸਮਾਨਤਾ ਦੇ ਸਿਧਾਂਤ ਦੇ ਅਨੁਸਾਰ ਮੰਨਿਆ ਜਾ ਸਕਦਾ ਹੈ। ਇਹਨਾਂ ਆਲੋਚਨਾਵਾਂ ਤੇ ਚਰਚਾ ਕਰਨ ਤੋਂ ਬਾਅਦ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ USA ਦੇ ਰਾਸ਼ਟਰਪਤੀ ਦੀ ਚੋਣ ਬਿਨਾਂ ਕਿਸੇ ਸ਼ੱਕ ਤੋਂ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੇਟਿਕ ਫਾਈਟ ਹੁੰਦੀ ਹੈ, ਸਭ ਤੋਂ ਵੱਡਾ ਲੋਕਤੰਤਰੀ ਦੰਗਲ ਹੁੰਦਾ ਹੈ। ਜਿਹੜੇ ਫਰੇਮਰਸ ਆਫ ਕਨਸਟੀਟਿਊਸ਼ਨ ਸੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਇਸ ਪ੍ਰੋਸੀਜਰ ਨੂੰ, ਇਸ ਪ੍ਰੋਸੈਸ ਨੂੰ ਇੱਕ ਤਾਂ ਰਾਜਨੀਤਿਕ ਦਲਾਂ ਦੇ ਪ੍ਰਭਾਵ ਤੋਂ ਮੁਕਤ ਰੱਖਿਆ ਜਾਵੇ ਅਤੇ ਦੂਸਰਾ ਪੈਸੇ ਤੋਂ ਮੁਕਤ ਰੱਖਿਆ ਜਾਵੇ। ਇਹਨਾਂ ਦੋਨਾਂ ਹੀ ਕਾਰਨਾਂ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਲਈ ਇਨਡਾਇਰੈਕਟ ਇਲੈਕਸ਼ਨ ਦੀ ਵਿਵਸਥਾ ਕੀਤੀ ਸੀ ਸੰਵਿਧਾਨ ਨੇ, ਪਰੰਤੂ ਸਿਰਫ 2 ਚੋਣਾਂ ਇਸ ਤਰੀਕੇ ਨਾਲ ਹੋਈਆਂ ਜਿਸ ਤਰ੍ਹਾਂ ਸੰਵਿਧਾਨ ਦੇ ਨਿਰਮਾਤਾ ਚਾਹੁੰਦੇ ਸੀ। ਉਸ ਤੋਂ ਬਾਅਦ ਜਿਹੜੀਆਂ ਪੋਲੀਟੀਕਲ ਪਾਰਟੀਜ਼ ਸੀ ਉਹਨਾਂ ਦੀ ਫਾਰਮੇਸ਼ਨ ਸ਼ੁਰੂ ਹੋ ਗਈ। ਰਾਸ਼ਟਰਪਤੀ ਦੀ ਚੋਣ ਦੇ ਲਈ ਪੋਲੀਟੀਕਲ ਪਾਰਟੀਜ਼ ਅੱਗੇ ਆ ਗਈਆਂ, ਪਾਰਟੀ ਆਧਾਰ ਤੇ ਚੋਣ ਹੋਣ ਲੱਗੀ ਅਤੇ ਰਾਜਾਂ ਨੇ ਆਪੋ ਆਪਣੀ ਰਾਜਨੀਤਿਕ ਮਹੱਤਤਾ ਦੇ ਵਿੱਚ ਵਾਧਾ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਵਿਧੀਆਂ ਅਪਣਾਈਆਂ ਜਿਨ੍ਹਾਂ ਨੂੰ ਡੈਮੋਕ੍ਰੇਟਿਕ ਨਹੀਂ ਕਿਹਾ ਜਾ ਸਕਦਾ। ਰਾਜਾਂ ਨੇ ਇਸ ਤਰ੍ਹਾਂ ਦਾ ਵਿਧੀ ਅਪਣਾਈ ਆ ਕਿ ਇੱਕ ਰਾਜ ਦੀਆਂ ਜਿੰਨੀਆਂ ਵੋਟਾਂ ਪੈਂਦੀਆਂ ਹਨ ਇਲੈਕਟੋਰਲ ਕਾਲਜ ਦੀਆਂ ਸਾਰੀਆਂ ਇੱਕੋ ਹੀ ਕੈਂਡੀਡੇਟ ਨੂੰ ਪੈਂਦੀਆਂ ਹਨ, ਚਾਹੇ ਜਿਹੜੀਆਂ ਲੋਕਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਦੇ ਵਿੱਚ ਚਾਹੇ 1 ਵੋਟ ਦਾ ਫਰਕ ਹੋਵੇ। ਰਾਜਾਂ ਦੀ ਇਸ ਵਿਵਸਥਾ ਕਰਕੇ ਕਈ ਵਾਰੀ ਵੱਧ ਵੋਟਾਂ ਪ੍ਰਾਪਤ ਕਰਨ ਵਾਲਾ ਕੈਂਡੀਡੇਟ ਪਿੱਛੇ ਰਹਿ ਜਾਂਦਾ ਹੈ, ਘੱਟ ਵੋਟਾਂ ਪ੍ਰਾਪਤ ਕਰਨ ਵਾਲਾ ਕੈਂਡੀਡੇਟ ਰਾਸ਼ਟਰਪਤੀ ਬਣ ਜਾਂਦਾ ਹੈ। ਇਸ ਲਈ ਸਮੁੱਚੇ ਤੌਰ ਤੇ ਲੋਕਾਂ ਦੇ, ਰਾਜਾਂ ਦੇ ਅਤੇ ਸੰਵਿਧਾਨ ਦੇ ਹਿੱਤ ਵਿੱਚ ਹੈ ਕਿ ਚੋਣਕਾਰਾਂ ਦੀ ਚੋਣ ਲਈ ਬਹੁਤੇ ਰਾਜਾਂ ਨੇ ਜਿਹੜੀ ਇਹ ਜਨਰਲ ਟਿਕਟ ਵਿਧੀ ਅਪਣਾਈ ਹੈ ਉਸ ਦੀ ਥਾਂ ਤੇ ਕੋਈ ਐਸੀ ਵਿਧੀ ਅਪਣਾਈ ਜਾਵੇ ਕਿ ਐਸਾ ਵਿਅਕਤੀ ਰਾਸ਼ਟਰਪਤੀ ਬਣੇ ਜਿਹੜਾ ਸੱਚਮੁੱਚ ਹੀ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੋਵੇ, ਲੋਕਾਂ ਦੇ ਬਹੁਮਤ ਦੀ ਪ੍ਰਤੀਨਿਧਤਾ ਕਰਦਾ ਹੋਵੇ। ਇਹੀ ਲੋਕਤੰਤਰ ਦਾ ਸਾਰ ਅੰਸ਼ ਹੈ ਅਤੇ ਇਹੀ ਜਿਹੜੇ ਫਰੇਮਰਸ ਆਫ ਕਨਸਟੀਟਿਊਸ਼ਨ ਸੀ ਉਹਨਾਂ ਦਾ ਆਬਜੈਕਟਿਵ ਸੀ। ਬਹੁਤ ਬਹੁਤ ਧੰਨਵਾਦ। ਹੈਪੀ ਲਰਨਿੰਗ ਐਂਡ ਗੁੱਡ ਲੱਕ।